ਇਮੈਜਿਨ ਕਰੋ ਟਿਊਜ਼ਡੇ ਮਾਰਨਿੰਗ ਨੂੰ ਤੁਸੀਂ ਰੈਡੀ ਹੋ ਰਹੇ ਹੋ ਆਫਿਸ ਜਾਣ ਵਾਸਤੇ ਤੇ ਅਚਾਨਕ ਹੀ ਤੁਹਾਡੀ ਜਿਹੜੀ ਗੱਡੀ ਉਹ ਖਰਾਬ ਹੋ ਜਾਂਦੀ ਹੈ ਐਂਡ ਦੈਨ ਤੁਸੀਂ ਉਹਨੂੰ ਵਰਕਸ਼ਾਪ ਤੇ ਲੈ ਕੇ ਜਾਂਦੇ ਹੋ ਐਂਡ ਦੈਨ ਯੂ ਰਿਸੀਵ ਅ ਕਾਲ ਕਿ ਤੁਹਾਡੀ ਟਰਾਂਸਮਿਸ਼ਨ ਖਰਾਬ ਹੋ ਗਈ ਆ। ਨਾਓ ਇਮੈਜਿਨ ਕਿ ਇੱਕ ਸੇਮ ਜਿਹੜਾ ਇਨਸੀਡੈਂਟ ਕਿਸੇ ਹੋਰ ਨਾਲ ਹੁੰਦਾ ਆ ਤੇ ਤੁਹਾਡੇ ਕੋਲ ਇੱਕ ਕੁਸ਼ਨ ਜਿਹੜਾ ਹੈ ਐਮਰਜੈਂਸੀ ਫੰਡਸ ਦਾ ਉਹ ਨਹੀਂ ਹੈ ਤੇ ਉਹਦੇ ਕੋਲ ਹੈ ਕੁਸ਼ਨ ਐਂਡ ਤੁਸੀਂ ਪੇ ਕਰਦੇ ਹੋ ਕ੍ਰੈਡਿਟ ਕਾਰਡ ਤੋਂ ਤੇ ਉਹ ਜਿਹੜਾ ਹੈ ਜਿਹਨੇ ਐਮਰਜੈਂਸੀ ਫੰਡਸ ਰੱਖੇ ਹੋਏ ਆ ਉਹ ਉਹਦੇ ਤੋਂ ਪੇ ਕਰਦਾ ਹੈ। ਬਾਈ ਦਾ ਟਾਈਮ ਤੁਸੀਂ ਜਦੋਂ ਪੇ ਕਰੋਗੇ ਤੇ ਤੁਸੀਂ ਯੂ ਵਿਲ ਗੈਟ ਇਨਟੂ ਅ ਬੈਡ ਡੈਟ ਵਿਚ ਅਸੀਂ ਡਿਸਕਸ ਕੀਤਾ ਆ ਲਾਸਟ ਆਪਣੇ ਐਪੀਸੋਡ ਦੇ ਵਿੱਚ। ਜੇਕਰ ਤੁਸੀਂ ਉਹ ਹਾਲੇ ਤੱਕ ਨਹੀਂ ਵੇਖਿਆ ਤੇ ਅਸੀਂ ਰეკਮੈਂਡ ਕਰਾਂਗੇ ਕਿ ਤੁਸੀਂ ਜਾ ਕੇ ਉਹ ਵੇਖੋ। ਤੇ ਬੇਸਿਕ ਕੀ ਆ ਇਹਦੇ ਵਿੱਚ ਅਸੀਂ ਇਹੀ ਸਿਖਾਉਣਾ ਚਾਹ ਰਹੇ ਹਾਂ ਇਸ ਅੱਜ ਦੇ ਟੌਪਿਕ ਦੀ ਰਾਹੀਂ ਕਿ ਮੇਨਲੀ ਤੁਸੀਂ ਆਪਣਾ ਐਮਰਜੈਂਸੀ ਫੰਡ ਕ੍ਰੀਏਟ ਕਰਨਾ ਆ। ਇਟਸ ਆਲ ਅਬਾਊਟ ਪਲੈਨਿੰਗ, ਜਿਹੜਾ ਕਿ ਅਸੀਂ ਐਪੀਸੋਡ 1 ਤੋਂ ਸਟਾਰਟ ਕੀਤਾ ਹੋਇਆ ਕਿ ਪਲਾਨ ਕਰੋ ਲਾਈਫ ਨੂੰ। ਉਹੀ ਉਹਦੇ ਉੱਤੇ ਅਸੀਂ ਬਿਲਡ ਕਰ ਰਹੇ ਹਾਂ ਕਿ ਹੁਣ ਤੁਸੀਂ ਐਮਰਜੈਂਸੀ ਫੰਡ ਰੱਖਣੇ ਆ ਔਰ ਕਿੰਨੇ ਰੱਖਣੇ ਆ। ਜੀ ਵਕਾਰ, ਤੇ ਜਿਵੇਂ ਐਸੀ ਸਾਡੀ ਇਹ ਜਿਹੜੀ ਸੀਰੀਜ਼ ਦਾ ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈਗਾ ਕਿ ਕਿਹੜੀ ਵੈਲਥੀ ਤੇ ਰਿਚ ਦੀ ਆਦਤਾਂ ਨੇ ਤੇ ਜਿਹੜੀ ਆਪਾਂ ਆਪਣੇ ਵਿਊਅਰਸ ਤੇ ਕਲਾਇੰਟ ਨਾਲ ਸ਼ੇਅਰ ਕਰ ਰਹੇ ਹਾਂ ਕਿ ਇਹ ਛੋਟੀ ਆਦਤਾਂ ਕਰਕੇ ਕਿ ਵੀ ਗੈਟ ਇਨਟੂ ਦੈਟ ਟ੍ਰੈਪ ਆਫ ਬੀਇੰਗ ਪੂਅਰ ਐਂਡ ਜੇ ਸਾਡੀ ਆਦਤਾਂ ਚੇਂਜ ਹੋ ਜਾਣ ਤੇ ਵੀ ਗੈਟ ਟੂ ਅ ਪਾਥ ਆਫ ਬੀਇੰਗ ਵੈਲਥੀ। ਤੇ ਬਹੁਤ ਜ਼ਰੂਰੀ ਟੌਪਿਕ ਹੈ ਅੱਜ ਦਾ ਕਿ ਐਮਰਜੈਂਸੀ ਫੰਡ, ਕਿ ਜਦੋਂ ਵੀ ਕੋਈ ਲੋੜ ਆ ਜਾਂਦੀ ਹੈ ਤੇ ਕੀ ਅਸੀਂ ਪ੍ਰਿਪੇਅਰ ਹੈਗਾ, ਕੀ ਸਾਡੇ ਕੋਲ ਅਸੀਂ ਉਸ ਵੇਲੇ ਕੀ ਰਿਐਕਟ ਕਰਦੇ ਹਾਂ। ਡੂ ਵੀ ਟੈਪ ਇਨਟੂ ਦੀ ਕ੍ਰੈਡਿਟ ਕਾਰਡਸ ਐਂਡ ਲੋਨਸ ਵਿਚ ਆਰ ਬੈਡ ਡੈਟ, ਔਰ ਡੂ ਵੀ ਹੈਵ ਇਨਫ ਕੁਸ਼ਨ ਕਿ ਸਾਡੇ ਕੋਲ ਇੰਨਾ ਕੁਸ਼ਨ ਹੈਗਾ ਕਿ ਵੀ ਕੈਨ ਮੇਕ ਅ ਕਾਮ ਐਂਡ ਬੈਟਰ ਡਿਸੀਜਨਸ ਫॉर ਆਰ ਲੌਂਗ ਟਰਮ ਵੈਲਥ ਬਿਲਡਿੰਗ। ਜੀ, ਤੇ ਬਿਲਕੁਲ ਤੁਸੀਂ ਭਾਜੀ ਗੱਲ ਸਹੀ ਕੀਤੀ ਆ ਕਿ ਜਿਹੜਾ ਐਮਰਜੈਂਸੀ ਫੰਡ ਹੁੰਦਾ ਆ ਉਹ ਤੁਹਾਨੂੰ ਬਿਲਡ ਕਰਦਾ ਹੈ ਕਿ ਫਾਊਂਡੇਸ਼ਨ ਬੇਸਿਕਲੀ ਇਹ ਤੁਹਾਨੂੰ ਪ੍ਰੋਵਾਈਡ ਕਰਦਾ ਆ ਇੱਕ ਕੁਸ਼ਨ ਕਿ ਤੁਸੀਂ ਫਾਊਂਡੇਸ਼ਨ ਬਿਲਡ ਕਰ ਸਕੋ ਆਪਣੀ। ਔਰ ਫਾਊਂਡੇਸ਼ਨ ਬੇਸਿਕ ਜਿਹੜੀ ਹੁੰਦੀ ਆ ਉਹੀ ਮੇਨ ਹੁੰਦੀ ਆ ਜਿਹਦੇ ਉੱਤੇ ਤੁਸੀਂ ਆਪਦਾ ਅੱਗੇ ਪੂਰਾ ਸਟਰਕਚਰ ਆਫ ਲਾਈਫ ਜਿਹੜਾ ਹੈ ਉਹ ਬਿਲਡ ਕਰਨਾ ਹੁੰਦਾ, ਸਪੈਸ਼ਲੀ ਜਿਹੜੀ ਤੁਸੀਂ ਆਪਣੀ ਇਨਵੈਸਟਮੈਂਟ ਐਂਡ ਦੈਨ ਲੈਗੇਸੀ ਕ੍ਰੀਏਟ ਕਰਨੀ ਹੁੰਦੀ ਆ। ਵਿਦਆਊਟ ਫਾਊਂਡੇਸ਼ਨ ਕੋਈ ਵੀ ਚੀਜ਼ ਜਿਹੜੀ ਆ ਉਹ ਲੌਂਗ ਲਾਸਟਿੰਗ ਨਹੀਂ ਹੁੰਦੀ। ਸੋ ਅੱਜ ਇਹਦੇ ਤੇ ਅਸੀਂ ਗੱਲ ਕਰਾਂਗੇ ਜਿੱਦਾਂ ਜਿਵੇਂ ਅਸੀਂ ਐਪੀਸੋਡ 1 ਤੋਂ ਟਰਾਈ ਕਰ ਰਹੇ ਹਾਂ ਆਪਣੇ ਵਿਊਅਰ ਤੇ ਕਲਾਇੰਟ ਨੂੰ ਅਵੇਅਰ ਕਰਨ ਦੀ ਕਿ ਵੈਲਥ ਬਿਲਡਿੰਗ ਇਜ਼ ਅ ਜਰਨੀ, ਤੇ ਜਿਹੜੀ ਅੱਜ ਦਾ ਟੌਪਿਕ ਹੈਗਾ ਉਹ ਵੀ ਪਾਰਟ ਆਫ ਦਿਸ ਹੈਬਿਟਸ, ਜਿਹੜੀ ਆਦਤਾਂ ਨੇ ਸਾਡੀਆਂ ਕਿ ਕਿਵੇਂ ਅਸੀਂ ਪੂਅਰ ਮਾਈਂਡਸੈਟ ਤੋਂ ਰਿਚ ਮਾਈਂਡਸੈਟ ਔਰ ਵੈਲਥੀ ਮਾਈਂਡਸੈਟ ਦੇ ਆਪਣੇ ਆਪ ਨੂੰ ਬਦਲਣਾ। ਤੇ ਜਿਹੜਾ ਐਮਰਜੈਂਸੀ ਫੰਡ ਹੈ ਉਹ ਵੀ ਇਜ਼ ਅ ਵੈਰੀ ਐਸੈਂਸ਼ੀਅਲ ਪਾਰਟ ਆਫ ਪਲਾਨਿੰਗ ਐਂਡ ਸਾਡੀ ਬੈਸਟ ਹੈਬਿਟਸ ਤੋਂ ਆਉਂਦਾ ਹੈ ਤਾਂ ਕਿ ਅਸੀਂ ਆਪਣੀ ਵੈਲਥ ਆਰਾਮ ਨਾਲ ਬਿਲਡ ਕਰ ਸਕੀਏ। ਜੀ ਭਾਜੀ, ਤੁਸੀਂ ਬੜੀ ਜ਼ਬਰਦਸਤ ਗੱਲ ਕੀਤੀ ਹੈ ਕਿ ਦਿਸ ਬੇਸਿਕਲੀ ਪ੍ਰੋਵਾਈਡ ਅਸ ਅ ਫਾਊਂਡੇਸ਼ਨ। ਸੋ ਫਾਊਂਡੇਸ਼ਨ ਇੱਦਾਂ ਹੀ ਆ ਕਿ ਜਿੱਦਾਂ ਅਸੀਂ ਘਰਾਂ ਦੀਆਂ ਨੀਹਾਂ ਰੱਖਣੇ ਆ, ਨੀਹਾਂ ਤੋਂ ਬਗੈਰ ਤੁਸੀਂ ਘਰ ਬਣਾਉਂਦੇ ਹੋ ਤੇ ਉਹ ਲੌਂਗ ਲਾਸਟਿੰਗ ਨਹੀਂ ਹੁੰਦਾ। ਮੇਰਾ ਖਿਆਲ ਹੈ ਕੋਈ ਹਨੇਰੀ ਆਏਗੀ ਤੇ ਉਹ ਡਿੱਗ ਜਾਏਗਾ ਜਾਂ ਕੋਈ ਵੀ ਕੁਛ ਮਿਸਹੈਪ ਹੁੰਦਾ ਆ ਤੇ ਉਸ ਕੇਸ ਦੇ ਵਿੱਚ ਉਹਦੇ ਵਿੱਚ ਇੰਨੀ ਲੌਂਗ ਲਾਸਟਿੰਗ ਜਾਂ ਰੈਜ਼ਿਸਟੈਂਸ ਨਹੀਂ ਹੁੰਦੀ। ਜਿਹੜਾ ਤੁਹਾਡਾ ਐਮਰਜੈਂਸੀ ਫੰਡ ਹੁੰਦਾ ਆ ਉਹ ਤੁਹਾਨੂੰ ਕੁਸ਼ਨ ਪ੍ਰੋਵਾਈਡ ਕਰਦਾ ਹੈ ਇਨ ਦਿਸ ਐਮਰਜੈਂਸੀ ਸਿਚੁਏਸ਼ਨ। ਐਂਡ ਅੱਗੇ ਜਾ ਕੇ ਅਸੀਂ ਗੱਲ ਕਰਾਂਗੇ ਅਗੇਨ, ਜਿਵੇਂ ਅਸੀਂ ਹਰ ਇੱਕ ਐਪੀਸੋਡ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਇਸ ਬਿਹੇਵੀਅਰਲ ਸਾਇੰਸ, ਇਹ ਸਾਡੇ ਮਾਈਂਡ ਦਾ ਬਿਹੇਵੀਅਰ ਹੈ ਜਿਹਨੂੰ ਆਪਣੀ ਆਦਤਾਂ ਨੂੰ ਸਾਨੂੰ ਚੇਂਜ ਕਰਨਾ ਸੋ ਦੈਟ ਅਸੀਂ ਜਿਹੜਾ ਆਪਣਾ ਮਾਈਂਡਸੈਟ ਹੈ ਉਹਨੂੰ ਰਾਈਟ ਕਰੀਏ ਤੇ ਆਪਣੀ ਵੈਲਥ ਬਿਲਡ ਕਰੀਏ। ਜੀ ਨਰਿੰਦਰ ਭਾਜੀ, ਤੁਸੀਂ ਵੇਖਿਆ ਹੋਏਗਾ ਕਿ ਬਹੁਤ ਘੱਟ ਲੋਕ ਨੇ ਜਿਹੜੇ ਐਮਰਜੈਂਸੀ ਫੰਡ ਦੇ ਉੱਤੇ ਮੇਬੀ ਬਿਲੀਵ ਨਹੀਂ ਕਰਦੇ ਜਾਂ ਹੁੰਦਾ ਹੀ ਨਹੀਂ ਆ, ਜਾਂ ਦੇ ਆਰ ਵੈਰੀ ਆਪਟੀਮਿਸਟਿਕ ਕਿ ਸਾਡੇ ਨਾਲ ਇਹਦਾ ਹੋਣੀ ਨਹੀਂ ਆ। ਤੁਸੀਂ ਸਾਡੇ ਨਾਲ ਸ਼ੇਅਰ ਕਰੋ ਕਿ ਤੁਹਾਨੂੰ ਕਿਉਂ ਲੱਗਦਾ ਆ ਕਿ ਲੋਕੀ ਐਮਰਜੈਂਸੀ ਫੰਡ ਜਿਹੜਾ ਹੈ ਉਹ ਕ੍ਰੀਏਟ ਹੀ ਨਹੀਂ ਕਰਦੇ, ਉਹ ਕੀ ਸੋਚ ਰਹੇ ਹੁੰਦੇ ਆ। ਜੀ, ਜਿਵੇਂ ਅਸੀਂ ਐਪੀਸੋਡ 1 ਤੋਂ ਗੱਲ ਕਰ ਰਹੇ ਹਾਂ ਵਕਾਰ, ਕਿ ਇਹ ਵੀ ਇੱਕ ਬਿਹੇਵੀਅਰਲ ਸਾਇੰਸ ਹੈ ਤੇ ਇਹਦੇ ਵਿੱਚ ਇਹ ਵੀ 3 ਮੁੱਖ ਕਾਰਨ ਨੇ ਕਿ ਲੋਕੀ ਐਮਰਜੈਂਸੀ ਫੰਡ ਨੂੰ ਕਿਉਂ ਨਹੀਂ ਰੱਖਦੇ। ਤੇ ਸਭ ਤੋਂ ਪਹਿਲਾਂ ਤਾਂ ਹੈਗਾ ਇਹਨੂੰ ਕਹਿੰਦੇ ਨੇ ਆਪਟੀਮਲ ਬਾਇਸ। ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਨਾਲ ਤੇ ਕੋਈ ਅਨਹੋਣੀ ਹੋਣੀ ਨਹੀਂ ਤੇ ਇਹ ਤੇ ਹੁੰਦਾ ਰਹਿੰਦਾ ਹੈ ਕਿ ਬਈ ਕਿਤੇ ਫਲੱਡ ਆ ਗਿਆ ਜਾਂ ਕਿਤੇ ਸਾਡੀ ਗੱਡੀ ਖਰਾਬ ਹੋ ਗਈ ਜਾਂ ਫਰਨਸ, ਇਹ ਤੇ ਦੂਜਿਆਂ ਨਾਲ ਹੁੰਦਾ, ਸਾਡੇ ਨਾਲ ਨਹੀਂ ਹੁੰਦਾ। ਤੇ ਇਹ ਜਿਹੜਾ ਇੱਕ ਉਹਨਾਂ ਦੇ ਦਿਮਾਗ 'ਚ ਬਾਇਸ ਆ ਜਾਂਦਾ ਹੈ ਕਿ ਬਈ ਇਹ ਤੇ ਲੋਕਾਂ ਨਾਲ ਹੁੰਦਾ ਹੈ, ਇਹ ਸਾਡੇ ਨਾਲ ਨਹੀਂ ਹੋਣਾ। ਇਹ ਵੀ ਇੱਕ ਥਿੰਕਿੰਗ ਹੈਗੀ ਹੈ ਕਿ ਉਹਦੇ ਕਰਕੇ ਆਲਮੋਸਟ 95% ਆਫ ਲੋਕ ਜਿਹੜੇ ਨੇ ਇਹਦੇ ਉੱਤੇ ਐਸੈਂਸ਼ੀਅਲ ਸਰਵਿਸ ਆਪਣੀ ਐਸੈਂਸ਼ੀਅਲ ਲਈ ਸੇਵ ਬਿਲਕੁਲ ਨਹੀਂ ਕਰਦੇ। ਤੁਹਾਨੂੰ ਕੀ ਲੱਗਦਾ ਆ ਕਿ ਬੇਸਿਕਲੀ ਸਾਡੇ ਕੋਲ ਕਿੰਨਾ ਕੁਸ਼ਨ ਹੋਣਾ ਚਾਹੀਦਾ ਆ ਐਮਰਜੈਂਸੀ ਫੰਡ ਦਾ, ਕਿ ਇਹਦਾ ਪੁੱਛਾਂ ਕਿ ਕਿੰਨੇ ਮਹੀਨੇ ਦਾ ਸਾਡੇ ਕੋਲ ਐਮਰਜੈਂਸੀ ਫੰਡ ਹੋਣਾ ਚਾਹੀਦਾ ਹੈ। ਜੀ, ਇਹਦੇ ਉੱਤੇ ਵਕਾਰ ਤੁਹਾਡੀ ਤੇ ਮੇਰੀ ਰਾਏ ਥੋੜੀ ਜਿਹੀ ਵੱਖਰੀ ਹੈ ਤੇ ਮੇਰੇ ਹਿਸਾਬ ਨਾਲ ਆਪਣੀ ਜਿਹੜੀ ਐਸੈਂਸ਼ੀਅਲ ਦਾ 6 ਮਹੀਨੇ ਦਾ ਸਾਨੂੰ ਬਜਟ ਲੈਣਾ ਚਾਹੀਦਾ ਤੇ ਸਾਨੂੰ ਪਹਿਲਾਂ ਤਾਂ ਇਹ ਡਿਫਾਈਨ ਕਰਨਾ ਚਾਹੀਦਾ ਹੈ ਕਿ ਐਸੈਂਸ਼ੀਅਲ ਕੀ ਹੈਗੇ ਨੇ। ਐਸੈਂਸ਼ੀਅਲ ਤੁਹਾਡੀ ਲਾਈਫਸਟਾਈਲ ਨਹੀਂ ਹੈਗੀ, ਐਸੈਂਸ਼ੀਅਲ ਹੈਗੀ ਜਿਹੜੀ ਬੇਅਰ ਮਿਨੀਮਮ ਜੇ ਤੁਹਾਡੇ ਕੋਲ ਜਿਹੜੀ ਲੋੜਾਂ ਨੇ ਜਿਹਦੇ ਲਈ ਤੁਹਾਡੇ ਘਰ ਦੀ ਲਾਈਟ ਜਗਦੀ ਰਹੇ, ਤੁਹਾਡੇ ਸਿਰ ਤੇ ਰੂਫ ਰਹੇ ਔਰ ਤੁਹਾਡੇ ਢਿੱਡ 'ਚ ਖਾਣਾ ਰਹੇ, ਉਹੀ ਐਸੈਂਸ਼ੀਅਲ ਹੈ। ਤੇ ਮੇਰੇ ਹਿਸਾਬ ਨਾਲ ਘੱਟ ਤੋਂ ਘੱਟ 6 ਮਹੀਨੇ ਦਾ ਬਫਰ ਹਰ ਇੱਕ ਕੈਨੇਡੀਅਨ ਨੂੰ ਰਹਿਣਾ ਚਾਹੀਦਾ।
ਜੀ ਭਾਜੀ, ਤੁਸੀਂ ਗੱਲ ਕੀਤੀ ਹੈ ਕਿ ਤੁਹਾਡੇ ਤੇ ਮੇਰੇ ਵਿੱਚ ਇਹਦੇ ਉੱਤੇ ਥੋੜਾ ਜਿਹਾ ਡਿਫਰੈਂਸ ਆ। ਉਹ ਡਿਫਰੈਂਸ ਬੇਸਿਕਲੀ ਇਹ ਆ ਕਿ ਮੈਂ ਸਮਝਦਾ ਆ ਕਿ 3 ਮਹੀਨੇ ਉਹਨਾਂ ਵਾਸਤੇ ਰਹਿਣੀ ਚਾਹੀਦੀ ਆ। ਉਹਨਾਂ ਨੇ 3 ਮਹੀਨੇ ਦਾ ਐਮਰਜੈਂਸੀ ਫੰਡ ਹੋਣਾ ਚਾਹੀਦਾ, ਜਿਨ੍ਹਾਂ ਦੀ ਜੌਬ ਸਟੇਬਲ ਆ, ਵੋਲੇਟਿਲਿਟੀ ਲੋ ਆ, ਐਂਡ ਦੇ ਆਰ ਵੈਰੀ ਵੈਰੀ ਆਪਟਿਮਿਸਟਿਕ ਕਿ ਜਾਂ ਉਹਨਾਂ ਦੀ ਜੌਬ ਜਾਂ ਜਿਹੜੀ ਫੀਲਡ ਦੇ ਵਿੱਚ ਉਹ ਕੰਮ ਕਰਦੇ ਪਏ ਉਹ ਹਾਈ ਡਿਮਾਂਡ ਆ, ਵੀ ਜਸਟ ਇਨ ਕੇਸ ਕੁਛ ਮਿਸਹੈਪ ਹੋ ਜਾਵੇ, ਉਹਨਾਂ ਦੀ ਜੌਬ ਚਲੀ ਜਾਵੇ ਤੇ ਉਹ ਨਵੀਂ ਜੌਬ ਜਿਹੜੀ ਆ ਉਹ ਜਲਦੀ ਫੜ ਲੈਣ। ਲੇਕਿਨ ਜੇ ਅਗਰ ਜਿੱਦਾਂ ਕਿ ਹੁਣ ਅੱਜ ਕੱਲ੍ਹ ਸਿਚੁਏਸ਼ਨ ਆ, ਓਵਰਆਲ ਇਕੋਨਮੀ ਜਿਹੜੀ ਆ ਉਹਦੇ ਵਿੱਚ ਇਕੋਨਮੀ ਸਹੀ ਨਹੀਂ ਚੱਲ ਰਹੀ, ਤੇ ਇਹਦੇ ਵਿੱਚ ਰਿਗਾਰਡਲੈਸ ਤੁਹਾਡੀ ਹਾਈ ਡਿਮਾਂਡ ਵਾਲਾ ਆਕੂਪੇਸ਼ਨ ਆ ਜਾਂ ਤੁਸੀਂ ਸਮਝਦੇ ਹੋ ਕਿ ਮੈਨੂੰ 3 ਮਹੀਨੇ ਦੀ ਚਾਹੀਦੀ ਆ, ਨਹੀਂ ਇਸ ਕੇਸ ਦੇ ਵਿੱਚ ਆਈ ਐਕਚੁਅਲੀ ਐਗਰੀ ਵਿਦ ਯੂ ਕਿ ਸਾਨੂੰ 6 ਮਹੀਨੇ ਦਾ ਹੀ ਚਾਹੀਦਾ ਆ ਇਨ ਦੈਟ ਕੇਸ, ਕਿ ਸਰਵਾਈਵ ਕਰਨ ਵਾਸਤੇ, ਕਿ ਸਾਡੀ ਜਿਹੜੀ ਆ ਕੋਈ ਇੰਟਰਪਸ਼ਨ ਨਾ ਹੋਵੇ ਸਾਡੀ ਲਾਈਫ ਦੇ ਵਿੱਚ, ਅਸੀਂ ਸਮੂਥਲੀ ਜਿਹੜਾ ਹੈ ਟ੍ਰਾਂਜੀਸ਼ਨ ਕਰ ਜਾਈਏ ਇਨ ਸੱਚ ਐਮਰਜੈਂਸੀ ਸਿਨੈਰੀਓ। ਜੀ ਵਕਾਰ, ਤੇ ਅੱਗੇ ਚੱਲ ਕੇ ਅਸੀਂ ਇਹ ਵੀ ਗੱਲ ਕਰਾਂਗੇ ਕਿ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਇਹ ਐਸੈਂਸ਼ੀਅਲ ਦੇ ਲਈ ਸੇਵ ਨਹੀਂ ਕਰਦੇ ਤੇ ਉਹਦਾ ਇਫੈਕਟ ਕੀ ਪੈਂਦਾ ਹੈ ਤੇ ਕੈਨੇਡੀਅਨਸ ਤੇ ਅਮਰੀਕਨਸ ਦਾ ਹਾਲ ਕੀ ਹੈ। ਜੀ ਨਹੀਂ, ਜੀ ਇਹਦੇ ਤੇ ਆਪਾਂ ਬੇਸਿਕਲੀ ਇਹ ਫਿਗਰ ਜਿਹੜੇ ਆ ਆਪਾਂ ਸ਼ੇਅਰ ਕਰਦੇ ਆ ਲੋਕਾਂ ਨਾਲ, ਐਂਡ ਦੋਜ਼ ਆਰ ਇੰਟਰਸਟਿੰਗ ਕਿ ਬੜੇ ਬਹੁਤ ਜ਼ਿਆਦਾ ਕੈਨੇਡੀਅਨ ਆ, ਉਹਨਾਂ ਦਾ ਲੋਨ ਬਹੁਤ ਜ਼ਿਆਦਾ, ਜਿੱਦਾਂ ਆਪਾਂ ਲਾਸਟ ਐਪੀਸੋਡ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਨਾਨ ਮੌਰਗੇਜ ਲੋਨ ਹਾਈ ਆ, ਕ੍ਰੈਡਿਟ ਕਾਰਡਸ ਹਾਈ ਆ, ਸਪੈਂਡਿੰਗ ਜਿਹੜੀ ਆ $1.75 ਪਰ ਡਾਲਰ ਅਰਨਿੰਗ ਆ। ਸੋ ਜੇ ਅਗਰ ਮੈਂ ਤੁਹਾਡੇ ਕੋਲ ਪੁੱਛਾਂ ਕਿ ਤੁਸੀਂ ਸਾਡੇ ਨਾਲ ਕੁਝ ਨੰਬਰ ਸ਼ੇਅਰ ਕਰੋ ਜਿਹੜੇ ਕਿ ਕੈਨੇਡੀਅਨ ਇਨ ਦਿਸ ਸਿਚੁਏਸ਼ਨ ਵਿੱਚ ਹੈਗੇ ਆ, ਕਿ ਉਹਨਾਂ ਕੋਲ ਆਈਦਰ ਐਮਰਜੈਂਸੀ ਫੰਡ ਇਨਫ ਹੈਗੇ ਆ, ਜੇ ਅਗਰ ਆਪਾਂ ਕੰਪੇਅਰ ਕਰੀਏ ਯੂਐਸ ਦੇ ਨਾਲ, ਕਿ ਯੂਐਸ ਦੇ ਵਿੱਚ ਡਿਫਰੈਂਟ ਸਿਨੈਰੀਓ ਆ, ਦੱਸੋ ਜ਼ਰਾ ਤੁਸੀਂ ਸਾਨੂੰ। ਜੀ ਵਕਾਰ, ਹਾਲਤ ਹਰ ਪਾਸੇ ਬੁਰੀ ਹੈ ਤੇ ਪਹਿਲਾਂ ਗੱਲ ਕਰਦੇ ਹਾਂ ਕੈਨੇਡੀਅਨ ਦੀ। ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਹੈ ਕਿ ਐਵਰੀ ਕੈਨੇਡੀਅਨ ਹੈਜ਼ ਨਾਨ ਮੌਰਗੇਜ ਡੈਟ ਫॉर ਓਵਰ $22,000, ਜਿਹੜਾ ਹੈਗਾ ਕਿ ਅੱਜ ਆਲਮੋਸਟ 60% ਆਫ ਕੈਨੇਡੀਅਨਸ ਉਹਨਾਂ ਕੋਲੇ $500 ਦਾ ਵੀ ਕੁਛ ਨਹੀਂ ਹੈਗਾ ਫॉर ਐਮਰਜੈਂਸੀ ਫੰਡ, ਔਰ 1 in 4 ਮੀਨਸ ਆਲਮੋਸਟ 25% ਕੈਨੇਡੀਅਨ ਹੈਗੇ ਨੇ ਜਿਹੜੇ ਇੱਕ ਐਮਰਜੈਂਸੀ ਤੋਂ ਦੂਰ ਨੇ to get into the debt situation। ਪਰ ਇਹ ਸਾਈਕੋਲੋਜੀ ਹੈ ਬਕਾਰ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਜਦੋਂ ਐਮਰਜੈਂਸੀ ਹੁੰਦੀ ਹੈ, ਜੇ ਸਾਡੇ ਕੋਲ ਆਦਤਾਂ ਨਹੀਂ ਹੈਗੀ ਸੇਵਿੰਗ ਕਰਨ ਦੀ, ਅਸੀਂ ਕੁਛ ਨਹੀਂ ਬਣਾਇਆ ਤੇ ਅਸੀਂ ਕੀ ਕਰਦੇ ਹਾਂ, ਰਾਈਟ ਅਵੇ ਅਸੀਂ ਉਧਾਰ ਲੈ ਲੈਂਦੇ ਹਾਂ, ਅਸੀਂ ਕ੍ਰੈਡਿਟ ਕਾਰਡ ਆਪਣੇ ਵੀਜ਼ੇ ਚੱਕ ਲੈਂਦੇ ਹਾਂ। ਉਹਦੇ ਨਾਲ ਕੀ ਹੁੰਦਾ ਕਿ ਉਹੀ ਐਮਰਜੈਂਸੀ ਫੰਡ ਫਿਰ ਉਹਦੇ ਨਾਲ ਅਸੀਂ ਕੱਲ ਜਿਵੇਂ ਗੱਲ ਕੀਤੀ ਸੀ ਕਿ ਅਸੀਂ ਜਦੋਂ ਬੋਰੋ ਕਰਦੇ ਹਾਂ ਕ੍ਰੈਡਿਟ ਕਾਰਡ 21% ਤੇ ਕੰਪਾਊਂਡ ਹੁੰਦਾ ਐਂਡ ਉਹੀ ਤੁਹਾਡਾ ਰਿਵਰਸ ਕੰਪਾਊਂਡਿੰਗ ਸ਼ੁਰੂ ਹੋ ਜਾਂਦੀ ਹੈ ਤੇ ਉਹੀ ਐਮਰਜੈਂਸੀ ਫੰਡ ਜਿਹੜਾ ਹੈਗਾ ਜੇ 3-4 ਹਜ਼ਾਰ ਦੇ ਤੁਹਾਨੂੰ ਕੋਈ ਐਮਰਜੈਂਸੀ 5,000 ਆ ਜਾਂਦਾ, ਉਹੀ ਜੇ ਤੁਸੀਂ 4 ਸਾਲਾਂ ਦੇ ਵਿੱਚ ਪੇ ਕਰਦੇ ਹੋ ਕਿਉਂਕਿ ਤੁਹਾਡੀ ਆਦਤਾਂ ਨਹੀਂ ਹੈਗੀ ਐਮਰਜੈਂਸੀ ਫੰਡ ਬਣਾਉਣ ਦੀ, ਉਹੀ 20,000 ਦੇ ਵਿੱਚ ਕਨਵਰਟ ਹੋ ਜਾਂਦਾ ਹੈ ਕਿਉਂਕਿ ਤੁਸੀਂ ਮਿਨੀਮਮ ਪੇਮੈਂਟ ਕਰਦੇ ਆ ਔਰ ਉੱਥੇ ਰਿਵਰਸ ਕੰਪਾਊਂਡਿੰਗ ਦੀ ਵਜ੍ਹਾ ਨਾਲ ਉਹ ਇੰਨਾ ਜ਼ਿਆਦਾ ਅਮਾਉਂਟ ਬਣ ਜਾਂਦਾ ਕਿ ਤੁਸੀਂ ਇਹਦੇ ਵਿੱਚ ਟ੍ਰੈਪ ਦੇ ਵਿੱਚ ਫਸ ਜਾਂਦੇ ਹੋ। ਜੀ, ਤੁਸੀਂ ਬੜੀ ਇੱਕ ਅਲਾਰਮਿੰਗ ਜਿਹੜੇ ਸਾਡੇ ਨਾਲ ਨੰਬਰ ਸ਼ੇਅਰ ਕੀਤੇ ਨੇ। ਈਵਨ ਤੁਸੀਂ ਵੇਖੋ ਕਿ 2009 ਤੋਂ ਬਾਅਦ ਹੁਣ ਜਿਹੜੀਆਂ ਨੇ ਸਾਰਿਆਂ ਨਾਲੋਂ ਜ਼ਿਆਦਾ ਇਨਸੋਲਵੈਂਸੀਜ਼ ਹੋ ਰਹੀਆਂ ਨੇ। ਉਸ ਤੋਂ ਬਾਅਦ ਤੁਸੀਂ ਇਹ ਵੇਖਦੇ ਹੋ ਕਿ ਅਨਇੰਪਲੋਇਮੈਂਟ ਰੇਟ ਜਿਹੜਾ ਹੈ ਉਹ 6.6 ਤੇ 6.7 ਦੇ ਵਿੱਚ ਹੈਗਾ ਆ, ਚੱਲ ਰਿਹਾ ਆ। ਕਦੀ ਵੱਧ ਵੀ ਜਾਂਦਾ ਆ, ਕਦੀ ਘੱਟ ਜਾਂਦਾ, ਡਿਪੈਂਡ ਕਰਦਾ ਹੈ, ਬਟ ਮੇਨਲੀ 6.6 6.7 ਦੇ ਵਿੱਚ ਚੱਲ ਰਿਹਾ। ਇਸ ਸਿਨੈਰੀਓ ਦੇ ਵਿੱਚ ਜਾਂ ਇੱਦਾਂ ਦੇ ਟਾਈਮ ਦੇ ਵਿੱਚ ਜਦੋਂ ਕਿ ਕਦੀ ਅਸੀਂ ਟੈਕਨੀਕਲੀ ਰਿਸੈਸ਼ਨ ਵਿੱਚ ਚਲੇ ਜਾਂਦੇ ਹਾਂ, ਕਦੀ ਅਸੀਂ ਹੁਣ ਲਾਸਟ ਮੰਥ ਦੀ ਜਿਹੜੇ ਨੰਬਰ ਆਏ ਨੇ ਜੀਡੀਪੀ ਦੇ ਨੰਬਰ, ਉਹ ਥੋੜੀ ਜਿਹੀ ਮੋਡੈਸਟ ਗਰੋਥ ਆ ਉਹਦੇ ਵਿੱਚ। ਉਸ ਤੋਂ ਪਹਿਲੇ 2 ਕੁਆਟਰ ਜਿਹੜੇ ਜੀਡੀਪੀ ਹੈ ਸੀ ਉਹ ਸਾਡਾ ਨੈਗੇਟਿਵ ਹੈ ਸੀ, ਜਿਹਨੂੰ ਇਹ ਟੈਕਨੀਕਲ ਰਿਸੈਸ਼ਨ ਕਹਿ ਰਹੇ ਸੀ। ਸੋ ਇਸ ਸਿਚੁਏਸ਼ਨ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਆ ਕਿ ਤੁਹਾਡੇ ਕੋਲ ਇਨਫ ਸੇਵਿੰਗ ਹੋਏ। ਇਨਫ ਸੇਵਿੰਗ ਦਾ ਮਤਲਬ ਇਹੀ ਆ ਕਿ ਇਦਾਂ ਦੀ ਸਿਚੁਏਸ਼ਨ ਹੋਵੇ, ਤੇ ਮੈਂ ਤੁਹਾਡੇ ਨਾਲ ਜਿੱਦਾਂ ਆਪਾਂ ਪਹਿਲੇ ਗੱਲ ਕੀਤੀ ਕਿ ਐਗਰੀ ਕਰਨਾ ਕਿ 6 ਮਹੀਨੇ ਦੀ, 3 ਤੋਂ 6 ਮਹੀਨੇ, 3 ਤਾਂ ਮਿਨੀਮਮ ਹੋਣੀ ਹੀ ਚਾਹੀਦੀ ਆ ਜੀ ਕਿ ਜਿਹੜਾ ਤੁਹਾਡਾ, ਜੇ ਅਗਰ ਮੌਰਗੇਜ ਆ ਰਹੀ ਹੈ ਉਹਨੂੰ ਮੌਰਗੇਜ ਨੂੰ 3 ਮਹੀਨੇ ਦੀ ਨੂੰ ਕਵਰ ਕਰੇ, ਤੁਹਾਡਾ ਖਾਣਾ ਪੀਣਾ, ਇੰਸ਼ੋਰੈਂਸ, ਤੁਹਾਡਾ ਜੋ ਵੀ ਖਰਚਾ ਆ, ਜਿਹੜੀ ਕਿ ਨੀਡ ਆ, ਬੇਸਿਕ ਨੀਡ ਆ, ਉਹਨੂੰ ਕਵਰ ਕਰੇ। ਤੇ ਜੇ 6 ਮਹੀਨੇ ਦਾ ਹੋਵੇ ਤੇ ਉਹ ਦੀ ਬੈਸਟ ਹੈ ਬੇਸਿਕ। ਜੀ ਐਂਡ ਅਸੀਂ ਗੱਲ ਕਰ ਰਹੇ ਸੀਗੇ ਵਕਾਰ ਕਿ ਸਾਡੇ ਜਿਹੜੇ ਨੇਬਰਸ ਨੇ ਅਮਰੀਕਨ, ਉਹਨਾਂ ਦੀ ਵੀ ਸਿਚੁਏਸ਼ਨ ਕੋਈ ਜ਼ਿਆਦਾ ਵਧੀਆ ਨਹੀਂ ਹੈਗੀ। ਉੱਥੇ ਵੀ ਜਿਹੜਾ ਸਰਵੇ ਹੋਇਆ ਹੈ 59% ਅਮਰੀਕਨ ਦੇ ਕੋਲ 3 ਤੋਂ ਲੈ ਕੇ 6 ਮਹੀਨੇ ਦੀ ਸੇਵਿੰਗ ਨਹੀਂ ਹੈਗੀ ਹੈ। ਉੱਥੇ ਵੀ 25% ਜਿਹੜੇ ਅਮਰੀਕਨਸ ਨੇ ਦੇ ਆਰ ਆਲਸੋ ਵਨ ਪੇਚੈਕ ਅਵੇ ਟੂ ਗੈਟ ਇਨਟੂ ਡੈਟ ਸਿਚੁਏਸ਼ਨ। ਤੇ ਇਹ ਸਾਰਾ ਕਿਉਂਕਿ ਅਨਸਰਟੇਨਟੀ ਬਹੁਤ ਵੱਧ ਗਈ ਹੈ। ਤੁਸੀਂ ਦੇਖਿਆ ਹੋਣਾ ਕਿ ਕੋਵਿਡ ਤੋਂ ਬਾਅਦ ਸਿਚੁਏਸ਼ਨ ਹੈਂਡਲ ਹੀ ਨਹੀਂ ਹੋ ਰਹੀ ਐਂਡ ਐਵਰੀ ਡੇ ਹੁਣ ਜਿਹੜੀ ਵਾਰਸ ਨੇ, ਯੂਕਰੇਨ ਦੀ ਵਾਰ ਹੈ ਜਾਂ ਈਰਾਨ ਔਰ ਯੂਐਸ ਦੀ ਵਾਰ ਹੈਗੀ, ਉਹਦੇ ਕਰਕੇ ਸੈਂਟੀਮੈਂਟਸ ਇੰਨੇ ਅਨਸਰਟੇਨ ਹੋ ਗਏ ਕਿ ਜਿਹੜੀ ਜੌਬ ਸਿਕਿਉਰਿਟੀ, ਜਿਹੜੀ ਸਾਡੀ ਜੌਬ ਸਿਕਿਉਰਿਟੀ ਔਰ ਜਿਹੜੀ ਸਾਡੀ ਕੰਸਿਸਟੈਂਸੀ ਹੈਗੀ ਹੈ ਉਹ ਪੂਰੀ ਸ਼ੈਟਰਡ ਹੋ ਗਈ ਹੈ। ਤੇ ਇਹਦੇ ਕਰਕੇ ਬਹੁਤ ਜ਼ਰੂਰੀ ਹੈ ਕਿ ਸਾਡੇ ਕੋਲ 6 ਮਹੀਨੇ ਘੱਟ ਤੋਂ ਘੱਟ ਦਾ ਬਫਰ ਹੋਏ। ਹਾਂਜੀ, ਤੁਸੀਂ ਇਹੀ ਵੇਖ ਲਓ ਕਿ ਹੁਣੇ ਰੀਸੈਂਟਲੀ ਦੇ ਇਵੈਂਚੁਅਲੀ ਐਗਰੀਡ ਔਨ MOU, ਤੇ ਹੁਣ ਕੱਲ ਦੀ ਫਿਰ ਸਟ੍ਰੇਟ ਆਫ ਹਾਰਮੂਜ਼ ਦੇ ਉੱਤੇ ਜੋ ਸਿਚੁਏਸ਼ਨ ਚੱਲ ਰਹੀ ਆ, ਐਂਡ ਸਡਨਲੀ ਜਿਹੜਾ ਹੈ ਤੇਲ ਜਿਹਨੂੰ ਆਪਾਂ ਗੈਸ ਪ੍ਰਾਈਸਿਸ ਆ ਓਵਰਆਲ ਵਰਲਡ ਦੇ ਵਿੱਚ, ਬ੍ਰੈਂਟ ਕਰੂਡ ਜਿਹੜਾ ਹੈ ਉਹ 6-7% ਜਿਹੜਾ ਹੈ ਰਾਤੋਂ ਰਾਤ ਸ਼ੂਟ ਕਰ ਗਿਆ ਆ। ਤੇ ਇਦਾਂ ਕਰਕੇ ਇਨਫਲੇਸ਼ਨ ਇਨਕਰੀਜ਼ ਕਰੇਗੀ। ਜੇ ਇਨਫਲੇਸ਼ਨ ਹਾਈ ਹੁੰਦੀ ਆ ਤੇ ਮੇਬੀ ਬੈਂਕਸ ਜਿਹੜੇ ਆ ਉਹ ਜਾਣਗੇ ਹਾਈ ਇੰਟਰਸਟ ਰੇਟ ਵਾਲੇ,
ਜੇ ਹਾਈ ਇੰਟਰਸਟ ਰੇਟ ਵਾਲੇ ਜਾਣਗੇ ਤੇ ਇਕਨੋਮੀ ਸਲੋ ਹੋਏਗੀ, ਜੇ ਇਕਨੋਮੀ ਸਲੋ ਹੋਏਗੀ ਤੇ ਜੌਬਸ ਤੇ ਇੰਪੈਕਟ ਪਾਏਗਾ ਤੇ ਆਪਾਂ ਤਾਂ ਪਹਿਲੇ ਹੀ 6.6% ਜਾਂ 6.7% ਤੇ ਹੈਗੇ ਆ। ਤੇ ਜੇ ਅਗਰ ਇਹਦੇ ਤੋਂ ਵਰਸ ਹੁੰਦਾ ਆ ਔਰ ਆਪਾਂ ਔਨ ਬਾਰਡਰ ਲਾਈਨ ਹੈਗੇ ਆ ਗਰੋਥ ਦੇ ਵਿੱਚ ਵੀ ਕਿ ਵੀ ਆਰ ਜਸਟ ਵੀ ਗ੍ਰਿਊ ਕਿ ਆਪਾਂ ਥੋੜਾ ਜਿਹਾ ਗਰੋ ਕੀਤਾ ਆ 0.5% ਜਿਹੜਾ ਲਾਸਟ ਮੰਥ ਦਾ ਜੀਡੀਪੀ ਦਾ ਨੰਬਰ ਆਇਆ। ਤੇ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਜਿਹੜੇ ਤੁਹਾਡੇ ਐਮਰਜੈਂਸੀ ਫੰਡ ਆ ਉਹ 3 to 6 ਮੰਥ ਬਹੁਤ ਹੀ ਜ਼ਿਆਦਾ ਕ੍ਰੂਸ਼ਲ ਹੋ ਜਾਂਦੇ ਆ, ਜਿਹੜਾ ਕਿ ਤੁਹਾਨੂੰ ਹੈਲਪ ਕਰਦੇ ਆ ਇਨ ਸੱਚ ਅਨਸਰਟਨ ਸਿਚੁਏਸ਼ਨ। ਤੇ ਜੇ ਅਗਰ ਆਪਾਂ ਗੱਲ ਕਰੀਏ ਕਿ ਇਹ ਸਾਰੀ ਆਪਾਂ ਜਿਹੜੀ ਡਿਸਕਸ਼ਨ ਕਰ ਰਹੇ ਹਾਂ ਇਹਦੇ ਤੋਂ ਜੇ ਅਗਰ ਮੈਂ ਤੁਹਾਡੇ ਕੋਲ ਪੁੱਛਾਂ ਕਿ ਅਸੀਂ ਕੀ ਲੈਸਨ ਲਰਨ ਕਰ ਸਕਦੇ ਹਾਂ, ਇੱਕ ਤਾਂ ਇਹ ਹੋ ਸਕਦਾ ਹੈ ਕਿ ਡੂ ਨਾਟ ਰਿਲਾਈ ਕਿ ਤੁਹਾਨੂੰ ਇਹ ਹੋ ਸਕਦਾ ਆਪਟੀਮਿਜ਼ਮ ਕਿ ਮੇਰੀ ਜੌਬ ਤਾਂ ਸਿਕਿਉਰ ਹੀ ਆ, ਮੇਰੀ ਜੌਬ ਨੂੰ ਤਾਂ ਕੁਝ ਵੀ ਨਹੀਂ ਹੋਣਾ। ਲੇਕਿਨ ਜਿਹੜਾ ਟਾਈਮ ਦਾ ਪਤਾ ਨਹੀਂ ਲੱਗਦਾ, ਕਿਸੇ ਵਕਤ ਵੀ ਕੁਝ ਹੋ ਸਕਦਾ, ਜਿਵੇਂ ਅਨਸਰਟਨ ਟਾਈਮ ਆ, ਟੈਰਿਫਸ ਆ, ਪਹਿਲੇ ਪ੍ਰੋਬਲਮ ਰਿਹਾ, ਉਸ ਤੋਂ ਬਾਅਦ ਹੁਣ ਜਿਹੜਾ ਵਾਰ ਦਾ ਆ। ਸੋ ਅਨਸਰਟਨ ਟਾਈਮ ਦੇ ਵਿੱਚ ਡੂ ਨਾਟ ਰਿਲਾਈ ਹੈਵੀਲੀ ਔਨ ਕਿ ਤੁਸੀਂ ਇਹ ਸਮਝੋ ਕਿ ਤੁਹਾਡੀ ਜੌਬ ਜਿਹੜੀ ਆ ਉਹ ਸਿਕਿਉਰ ਆ। ਰਿਗਾਰਡਲੈਸ ਅਗਰ ਸਿਕਿਉਰ ਵੀ ਹੋਵੇ ਤੇ ਫਿਰ ਵੀ ਤੁਸੀਂ ਜਿਹੜਾ ਐਮਰਜੈਂਸੀ ਫੰਡ ਜਿਹੜਾ ਆ ਆਪਣਾ ਕ੍ਰੀਏਟ ਕਰਨਾ ਆ 3 to 6 ਮੰਥ ਦਾ। ਜੀ ਤੇ ਨਰਿੰਦਰ ਭਾਜੀ, ਜੇ ਅਗਰ ਮੈਂ ਤੁਹਾਡੇ ਕੋਲ ਪੁੱਛਾਂ ਕਿ ਅਸੀਂ ਕੀ 5 ਲੈਸਨ ਜਿਹੜੇ ਆ, ਜੇ ਟੌਪ 5 ਲੈਸਨ ਮੈਂ ਕਹਾਂ ਕਿ ਆਪਾਂ ਇਸ ਚੀਜ਼ ਤੋਂ ਲਰਨ ਕਰ ਸਕਨੇ ਆ, ਕਿ ਇੱਕ ਤਾਂ ਸਾਰਿਆਂ ਨਾਲੋਂ ਪਹਿਲੇ ਜਿਹੜਾ ਹੈ ਮੈਂ ਸਮਝਣਾ ਕਿ ਨੰਬਰ 1 ਜਿਹੜਾ ਮੈਨੂੰ ਸਮਝ ਆਇਆ ਕਿ ਟੂ ਨਾਟ ਰਿਲਾਈ ਹੈਵੀਲੀ ਔਨ ਜੌਬ, ਕਿ ਮੇਰੀ ਜੌਬ ਜਿਹੜੀ ਆ ਉਹ ਪੱਕੀ ਆ ਤੇ ਮੈਨੂੰ ਕੀ ਲੋੜ ਆ ਐਮਰਜੈਂਸੀ ਫੰਡ ਜਿਹੜੇ ਆ ਉਹਨੂੰ ਕ੍ਰੀਏਟ ਕਰਨ ਦੀ। ਬਾਕੀ ਤੁਸੀਂ ਸ਼ੇਅਰ ਕਰੋ ਸਾਡੇ ਨਾਲ। ਜੀ, ਤੇ ਨੰਬਰ 2 ਮੈਂ ਕਹੂੰਗਾ ਕਿ ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਆਰਆਰਐਸਪੀ ਪਈਆਂ ਨੇ, ਅਸੀਂ ਉੱਥੇ ਟੈਪ ਕਰ ਲਾਂਗੇ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਇਹ ਵੀ ਬਹੁਤ ਵੱਡੀ ਮਿਸਟੇਕ ਹੁੰਦੀ ਹੈ ਕਿ ਜਿਹੜੀ ਚੀਜ਼ ਸਾਡੀ ਗਰੋਥ ਲਈ ਪਹਿਲਾਂ ਪਈ ਸੀ, ਅਸੀਂ ਉਹਨੂੰ ਸਮੇਂ ਤੋਂ ਪਹਿਲਾਂ ਹੀ ਵਿਡਰਾਅ ਕਰ ਲੈਂਦੇ ਹਾਂ ਤੇ ਜਦੋਂ ਵੀ ਅਸੀਂ ਆਰਆਰਐਸਪੀ ਤੋਂ ਵਿਡਰਾਅ ਕਰਦੇ ਹਾਂ ਤੇ ਸਾਨੂੰ ਪੈਨਲਟੀ ਲੱਗਦੀ ਹੈ ਕਦੀ 10, 20 ਤੇ 50% ਟੈਕਸ ਦੀ, ਤੇ ਸਾਨੂੰ ਮਿਲਦਾ ਵੀ ਘੱਟ ਹੈ ਤੇ ਅਸੀਂ ਫਿਊਚਰ ਦੇ ਵਿੱਚ ਉਹਦੀ ਗਰੋਥ ਨੂੰ ਵੀ ਲਾਸ ਕਰ ਲੈਂਦੇ ਹਾਂ। ਤੇ 5000 ਦੀ ਜਿਹੜੀ ਐਮਰਜੈਂਸੀ ਜੇ ਅਸੀਂ ਵਿਡਰਾਅ ਕਰੀਏ ਆਰਆਰਐਸਪੀ, ਉਹ ਇਟ ਕਾਸਟ ਅਸ ਓਵਰ ਲੌਂਗ ਟਰਮ ਓਵਰ $100,000। ਜੀ, ਇਹਦੀ ਬਿਲਕੁਲ ਮੈਂ ਤੁਹਾਡੇ ਨਾਲ ਇਹਦੇ ਵਿੱਚ ਥੋੜਾ ਜਿਹਾ ਐਡ ਕਰਾਂਗਾ ਕਿ ਜਾਂ $500 ਦੀ ਆਪਾਂ ਗੱਲ ਕੀਤੀ ਸੀ ਕਿ ਤੁਸੀਂ ਆਟੋਮੇਟ ਕਰੋ ਤਾਂ ਕਿ ਤੁਹਾਡੀ ਸੇਵਿੰਗ ਇਨਵੈਸਟਮੈਂਟ ਲੈ ਜਾਵੇ। ਸੋ ਜਸਟ ਸਪੋਜ਼ ਕਿ ਤੁਸੀਂ $500 ਓਵਰ ਦਾ 30 ਈਅਰ ਪੀਰੀਅਡ ਜਿਹੜਾ ਹੈ ਸੇਵ ਕਰ ਰਹੇ ਹੋ ਤੇ ਔਨ ਮੋਡੈਸਟ ਗਰੋਥ ਜਿਹੜੀ ਆ ਉਹ ਇਨਵੈਸਟ ਹੋਇਆ ਆ। ਤੁਸੀਂ ਟੋਟਲ 30 ਈਅਰ ਦੇ ਵਿੱਚ $180,000 ਜਿਹੜਾ ਹੈ ਉਹ ਟੋਟਲ ਅਕਿਊਮੂਲੇਟਿਡ ਤੁਸੀਂ ਇਨਵੈਸਟ ਕਰਦੇ ਹੋ, ਬਟ ਉਹ ਤੁਹਾਨੂੰ ਆਫਟਰ 30 ਈਅਰ ਉਹ $610,000 ਜਿਹੜਾ ਹੈ ਉਹ ਰਿਟਰਨ ਦਿੰਦਾ ਹੈ। ਐਂਡ ਦੈਟਸ ਬੇਸਿਕਲੀ ਮੋਡੈਸਟ। ਜੇ ਅਗਰ ਉਹ ਤੁਹਾਡਾ 10% ਜਿੱਦਾਂ ਕਿ ਲਾਸਟ ਫਿਊ ਈਅਰ ਦੇ ਵਿੱਚ ਮਾਰਕੀਟ ਨੇ ਪਰਫਾਰਮ ਕੀਤਾ ਆ, ਇਹ ਹੋਵੇ ਤਾਂ ਓਵਰ $1 ਮਿਲੀਅਨ ਚਲਾ ਜਾਂਦਾ। ਸੋ ਤੁਹਾਡੀ ਗੱਲ ਨਾਲ ਮੈਂ ਇੱਥੇ ਉਹਨੂੰ ਸੈਕਿੰਡ ਕਰਦੇ ਹੋਏ ਕਿ ਤੁਸੀਂ ਆਰਆਰਐਸਪੀ ਦੇ ਵਿੱਚੋਂ ਵਿਦਡਰਾਅ ਕਰਦੇ ਹੋ, ਉਹ ਤੁਹਾਨੂੰ ਕਿੰਨਾ ਕਾਸਟ ਕਰ ਸਕਦੀ ਆ। ਸੋ ਡੂ ਨਾਟ ਨੇਮ ਕਿ ਆਰਆਰਐਸਪੀ ਮੇਰੇ ਕੋਲ ਹੈ ਤੇ ਉਹਨੂੰ ਮੈਂ ਯੂਜ਼ ਕਰ ਲਵਾਂ ਐਜ਼ ਐਮਰਜੈਂਸੀ ਫੰਡ। ਆਰਆਰਐਸਪੀ ਸ਼ੁੱਡ ਬੀ ਫॉर ਯੂਅਰ ਇਨਵੈਸਟਮੈਂਟ ਤੇ ਰਿਟਾਇਰਮੈਂਟ ਜਾਂ ਜਿਸ ਪਰਪਸ ਵਾਸਤੇ ਜਿਹੜੀ ਵਹੀਕਲ ਹੈ, ਇਸ ਵਾਸਤੇ ਐਮਰਜੈਂਸੀ ਫੰਡ ਦਾ ਨਾਮ ਜਾਂ ਉਹਦਾ ਅਕਾਊਂਟ ਉਹ ਸੈਪਰੇਟ ਹੋਣਾ ਚਾਹੀਦਾ ਹੈ। ਤੇ ਇੱਕ ਹੋਰ ਮਿਸਟੇਕ ਹੈਗੀ ਹੈ ਵਕਾਰ ਕਿ ਕੈਨੇਡੀਅਨਸ ਦੀ, ਉਹ ਕਹਿੰਦੇ ਨੇ ਅਸੀਂ ਤਾਂ ਕਿਉਂਕਿ ਅਸੀਂ ਜੇ ਕੈਸ਼ ਆਪਣੇ ਕੋਲ ਰੱਖਦੇ ਆ, ਉਹ ਅਰਨ ਤਾਂ ਕੁਝ ਕਰਦਾ ਨਹੀਂ ਤੇ ਅਸੀਂ ਕਿਉਂ ਰੱਖੀਏ, ਠੀਕ ਹੈ। ਉਹ ਫਿਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸਾਰਾ ਦਾ ਸਾਰਾ ਪੈਸਾ ਇਨਵੈਸਟ ਕਰ ਦਈਏ ਤੇ ਜਦੋਂ ਐਮਰਜੈਂਸੀ ਆਉਂਦੀ ਹੈ ਤੇ ਫਿਰ ਉਹ ਆਪਣੇ ਜਿਹੜੇ ਉਹ ਲਿਕੁਇਡ ਫੰਡ ਨਹੀਂ ਹੁੰਦਾ, ਉਹ ਛੇਤੀ ਨਹੀਂ ਮਿਲ ਸਕਦਾ। ਤੇ ਜਿਹੜਾ ਵੈਲਥੀ ਮਾਈਂਡਸੈਟ ਹੁੰਦਾ, ਉਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਇਹ ਮੈਂ ਇਨਵੈਸਟ ਕਰਨ ਲਈ ਨਹੀਂ ਰੱਖਿਆ, ਇਹ ਮੈਂ ਆਪਣੇ ਐਸੈਂਸ਼ੀਅਲ ਨਹੀਂ ਰੱਖਿਆ, ਤੇ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਕਿ ਮੇਰੇ ਕੋਲ ਕੈਸ਼ ਪਿਆ ਆ ਤੇ ਭਾਵੇਂ ਉਹ ਬਹੁਤ ਘੱਟ, ਜਿਵੇਂ ਕੈਸ਼ ਤੁਹਾਡੇ ਚੈਕਿੰਗ ਅਕਾਊਂਟ 'ਚ ਪਿਆ ਜਾਂ ਹਾਈ ਇੰਟਰਸਟ ਰੇਟ ਸੇਵਿੰਗ ਦੇ ਅਕਾਊਂਟ ਪਿਆ, ਉਹਨੂੰ 2.5%, 3%, 4% ਵੀ ਮਿਲ ਰਿਹਾ। ਤੇ ਜਿਹੜੇ ਵੈਲਥੀ ਮਾਈਂਡਸੈਟ ਵਾਲੇ ਹੁੰਦੇ ਨੇ, ਉਹ ਕਹਿੰਦੇ ਨੇ ਕੋਈ ਗੱਲ ਨਹੀਂ, ਸਾਨੂੰ ਪਤਾ ਹੈ ਕਿ ਜ਼ਿਆਦਾ ਅਰਨ ਨਹੀਂ ਕਰ ਰਿਹਾ, ਪਰ ਫਿਰ ਵੀ ਇਹ ਐਸੈਂਸ਼ੀਅਲ ਹੈ ਕਿਉਂਕਿ ਇਹ ਸਾਨੂੰ ਸੇਵ ਕਰਕੇ ਦੇਗਾ ਕਿ ਜੇ ਕੋਈ ਐਮਰਜੈਂਸੀ ਆਉਂਦੀ ਹੈ ਤੇ ਅਸੀਂ ਆਪਣਾ ਕੋਈ ਡੈਟ ਇੰਸਟਰੂਮੈਂਟ ਜਾਂ ਕੋਈ ਕ੍ਰੈਡਿਟ ਕਾਰਡ ਯੂਜ਼ ਨਹੀਂ ਕਰਾਂਗੇ ਤੇ ਉੱਥੇ ਸਾਡੀ ਸੇਵਿੰਗ ਬਹੁਤ ਆਲਮੋਸਟ 41% ਦੀ ਸਾਨੂੰ ਸੇਵਿੰਗ ਹੁੰਦੀ ਹੈ। ਇਹੀ ਬਹੁਤ ਵੱਡੀ ਮਿਸਟੇਕ ਹੈ ਕਿ ਬਹੁਤ ਜ਼ਿਆਦਾ ਕੈਨੇਡੀਅਨ ਜਿਹੜੇ ਸੇਵ ਕਰ ਵੀ ਸਕਦੇ ਨੇ, ਉਹ ਲਿਕੁਇਡ ਫੰਡ ਰੱਖਦੇ ਹੀ ਨਹੀਂ ਹੈਗੇ। ਔਰ ਕਈ ਲੋਕ ਕੀ ਕਰਦੇ ਹਨ, ਆਪੋਜ਼ਿਟ ਸਾਈਡ, ਉਹ ਬਹੁਤ ਜ਼ਿਆਦਾ ਰੱਖ ਲੈਂਦੇ ਨੇ। ਫੋਰ ਐਗਜ਼ਾਮਪਲ, ਜੇ ਉਹਨਾਂ ਕੋਲ ਜੇ 6 ਮਹੀਨੇ ਦੀ ਜੇ ਉਹਨਾਂ ਦੀ ਲੋੜ ਸਿਰਫ 20,000 ਦੀ ਹੈਗੀ ਹੈ, ਕਿਉਂਕਿ ਉਹਨਾਂ ਨੇ ਆਪਣੀ ਲਾਈਫ ਸਟਾਈਲ ਦੇ ਹਿਸਾਬ ਨਾਲ ਆਲਮੋਸਟ 80 to 100,000 ਆਪਣੇ ਕੈਸ਼ ਅਕਾਊਂਟ ਦੇ ਵਿੱਚ ਰੱਖਿਆ ਹੋਇਆ, ਉਹਦੇ ਕਰਕੇ ਵੀ ਜੋ ਇਨਵੈਸਟਮੈਂਟ ਨਹੀਂ ਹੈਗੀ ਆ, ਉਹਦਾ ਵੀ ਕਾਫੀ ਲੌਂਗ ਟਰਮ ਜਿਹੜੀ ਰਿਟਰਨ ਦਾ ਲਾਸ ਹੁੰਦਾ ਹੈ, ਇਹਦੇ ਕਰਕੇ ਮਾਈਂਡਸੈਟ ਕਰਕੇ ਉਹ ਵੀ ਹੁੰਦਾ। ਸੋ ਬੇਸਿਕਲੀ ਜੇ ਅਗਰ ਅਸੀਂ ਇਹਦੇ ਤੋਂ ਇੱਕ ਇਨਕਨਕਲੂਡ ਕਰੀਏ ਤੇ ਇਹ ਇਹੀ ਆ ਕਿ ਇੱਕ ਐਮਰਜੈਂਸੀ ਫੰਡ ਜਿਹੜਾ ਆ ਉਹ ਹੋਣਾ ਚਾਹੀਦਾ ਆ, ਔਰ ਉਹਦਾ ਜਿਹੜਾ ਨਾਮ ਇਹ ਨਹੀਂ ਆ ਕਿ ਤੁਸੀਂ ਲਿਖ ਕੇ ਰੱਖੋ ਕਿ ਐਮਰਜੈਂਸੀ ਫੰਡ ਆ। ਯੈਸ, ਯੂ ਸ਼ੁਡ ਹੈਵ ਲਾਈਕ ਇਨ ਯੂਰ ਮਾਈਂਡ ਕਿ ਇਹ ਐਮਰਜੈਂਸੀ ਵਾਸਤੇ ਆ, ਇਹ ਮੇਰੀ ਇਨਵੈਸਟਮੈਂਟ ਵਾਸਤੇ ਆ, ਐਂਡ ਮੈਂ ਜੌਬ ਉੱਤੇ ਡਿਪੈਂਡ ਨਹੀਂ ਕਰਨਾ ਜਸਟ ਇਨ ਕੇਸ ਸਮਥਿੰਗ ਹੈਪਨਸ, ਜਿਵੇਂ ਕਿ ਜਿੱਦਾਂ ਅਸੀਂ ਸਾਰੀ ਐਗਜ਼ਾਮਪਲ ਦਿੱਤੀ ਆ। ਔਰ ਹਮੇਸ਼ਾ ਕੁਸ਼ਨ ਰੱਖਣਾ ਹੈ ਕਿਉਂਕਿ ਇਹ ਤੁਹਾਨੂੰ ਬੇਸ ਜਾਂ ਫਾਊਂਡੇਸ਼ਨ ਪ੍ਰੋਵਾਈਡ ਕਰਦਾ ਹੈ ਜਿਹੜੀ ਤੁਹਾਡੀ ਫਿਊਚਰ ਲੈਗੇਸੀ ਕ੍ਰੀਏਟ ਹੋਣੀ ਹੁੰਦੀ ਆ, ਜਾਂ ਜਿੱਦਾਂ ਤੁਸੀਂ ਹੁਣੇ ਐਕਸਪਲੇਨ ਕੀਤਾ ਹੈ। ਤੇ ਜੇ ਮੈਂ ਤੁਹਾਡੇ ਕੋਲ ਹੁਣ ਇਹਨੂੰ ਸਾਰੇ ਨੂੰ ਸਮਰਾਈਜ਼ ਆਪਾਂ ਕਰੀਏ ਤੇ ਮੈਂ ਤੁਹਾਡੇ ਕੋਲ ਕਹਾਂ ਕਿ ਤੁਸੀਂ ਸਮਰਾਈਜ਼ ਸਾਨੂੰ ਇਸ ਟੌਪਿਕ ਦੇ ਉੱਤੇ ਸਾਨੂੰ ਸਮਰੀ ਇੱਕ ਪ੍ਰੋਵਾਈਡ ਕਰੋ ਤੇ ਤੁਸੀਂ ਕੀ ਕਹੋਗੇ ਜੇ 1 ਮਿੰਟ ਦੇ ਵਿੱਚ ਤੁਹਾਡੇ ਕੋਲ ਮੈਂ ਪੁੱਛਾਂਗਾ। ਜੀ ਵਕਾਰ,
ਤੇ ਜਿਵੇਂ ਅਸੀਂ ਐਪੀਸੋਡ 1 ਤੋਂ ਗੱਲ ਕਰ ਰਹੇ ਹਾਂ ਕਿ ਆਪਣੀ ਜਿਹੜੀ ਆਦਤਾਂ ਨੇ, ਆਪਣੀ ਜਿਹੜੀ ਹੈਬਿਟਸ ਨੇ, ਜਿਹੜੀ ਆਪਣੀ ਵੈਲਥੀ ਮਾਈਂਡਸੈਟ ਨੂੰ ਕਿੱਦਾਂ ਅਸੀਂ ਅਪਣਾਉਣਾ ਹੈਗਾ, ਅਡਾਪਟ ਕਰਨਾ ਹੈਗਾ। ਤੇ ਹਮ, ਐਸੈਂਸ਼ੀਅਲ ਜਿਹੜੀ ਐਮਰਜੈਂਸੀ ਫੰਡ ਹੈ, ਇਟਸ ਆਲਸੋ ਵੈਰੀ ਇੰਪੋਰਟੈਂਟ ਟੂ ਕੀਪ ਆਪਣਾ 3 ਤੋਂ ਲੈ ਕੇ 6 ਮਹੀਨੇ, ਪ੍ਰੈਫਰੇਬਲੀ 6 ਮਹੀਨੇ ਦੇ ਐਸੈਂਸ਼ੀਅਲ ਫੰਡ ਆਪਣੇ ਕੋਲ ਰੱਖੋ, ਤਾਂ ਕਿ ਐਮਰਜੈਂਸੀ ਆਏ ਤੇ ਤੁਸੀਂ ਡੈਟ ਇੰਸਟਰੂਮੈਂਟ ਦੇ ਉੱਤੇ ਜਾਂ ਕ੍ਰੈਡਿਟ ਕਾਰਡ ਦੇ ਉੱਤੇ ਲੀਨ ਨਾ ਕਰੋ, ਜਿਹਦਾ ਇਫੈਕਟ ਕਾਫੀ ਸਿਗਨੀਫੀਕੈਂਟ ਹੁੰਦਾ। ਜਿਵੇਂ ਅਸੀਂ ਗੱਲ ਕੀਤੀ, ਜੇ ਆਰਐਸਪੀ ਵੀ ਤੁਸੀਂ ਸੋਚਦੇ ਹੋ ਕਿ ਪਈ ਹੈ ਮੇਰੇ ਕੋਲੇ, ਆਪਾਂ ਇਹ ਵਿਡਰਾ ਕਰ ਲਈਏ। ਤੇ ਇਹ ਸਾਰੀ ਚੀਜ਼ਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਸੇਵ ਕਰੀਏ। ਤੇ ਉਸ ਤੋਂ ਬਾਅਦ ਇੱਕ ਕੁਐਸਚਨ ਆਉਂਦਾ, ਕਿੱਥੇ ਸੇਵ ਕਰੀਏ? ਐਜ਼ ਕੈਨੇਡੀਅਨ ਸਾਡੇ ਕੋਲ ਸਭ ਤੋਂ ਵਧੀਆ ਇੰਸਟਰੂਮੈਂਟ ਹੈਗਾ ਇਸ ਵੇਲੇ, ਇਸ ਟੈਕਸ ਫ੍ਰੀ ਸੇਵਿੰਗ ਅਕਾਊਂਟ, ਜਿਹਦੇ ਵਿੱਚ ਅੰਦਰ ਜਿਹੜਾ ਤੁਸੀਂ ਇੰਟਰਸਟ ਵੀ ਅਰਨ ਕਰਦੇ ਆ ਉਹ ਵੀ ਟੈਕਸ ਫ੍ਰੀ ਹੁੰਦਾ। ਤੇ ਤੁਸੀਂ TFSA ਦੇ ਅੰਦਰ ਜਿਹੜਾ ਆਪਣੀ ਐਮਰਜੈਂਸੀ ਫੰਡ ਨੂੰ ਰੱਖ ਸਕਦੇ ਆ, ਉੱਥੇ ਤੁਸੀਂ GIC ਇੰਸਟਰੂਮੈਂਟ ਦੇ ਵਿੱਚ ਰੱਖ ਸਕਦੇ ਆ ਜਾਂ ਕੈਸ਼ ਅਕਾਊਂਟ ਦੇ ਵਿੱਚ ਵੀ ਰੱਖ ਸਕਦੇ ਆ। ਜਿਹੜੀ ਮੋਡੈਸਟ ਗੇਨ ਜਾਂ FD ਦੇ ਉੱਤੇ ਤੁਹਾਨੂੰ ਰਿਟਰਨ ਵੀ ਆਏਗੀ, ਉਹਦੇ ਉੱਤੇ ਵੀ ਕੋਈ ਟੈਕਸ ਨਹੀਂ ਹੁੰਦਾ ਤੇ ਉਹ ਆਲਵੇਸ ਰੀਚੇਬਲ ਹੁੰਦੀ। ਜੀ ਥੈਂਕ ਯੂ ਸੋ ਮਚ ਭਾਜੀ, ਤੁਸੀਂ ਬੜਾ ਸਮਰਾਈਜ਼ ਕੀਤਾ, ਬੜਾ ਬਰੀਫਲੀ ਸਮਰਾਈਜ਼ ਕੀਤਾ। ਸੋ ਟੈਕਸ ਫ੍ਰੀ ਸੇਵਿੰਗ ਅਕਾਊਂਟ ਜਾਂ ਜੋ ਵੀ ਤੁਹਾਡੇ ਈਜ਼ੀਲੀ ਤੁਹਾਨੂੰ ਐਕਸੈਸਿਬਲ ਹੋਵੇ, ਜਿੱਦਾਂ ਕਿ ਕਈ ਵਾਰੀ ਕਈਆਂ ਦੀ ਪੈਨਲਟੀ ਹੁੰਦੀ ਆ, ਤੁਸੀਂ ਲੌਕ ਇਨ ਇਨੀਸ਼ੀਅਲ ਪੀਰੀਅਡ ਹੁੰਦਾ 6 ਤੋਂ 8 ਮਹੀਨੇ ਜਾਂ 10 ਮਹੀਨੇ ਜਾਂ 2-3 ਸਾਲ 4 ਸਾਲ। ਸੋ ਅਵੋਇਡ ਕਰਨਾ ਆ ਇੱਦਾਂ ਦੀ ਅਕਾਊਂਟਸ ਦੇ ਵਿੱਚ ਰੱਖਣਾ ਜਿੱਥੇ ਲੌਕਅਪ ਪੀਰੀਅਡ ਹੋਵੇ ਤੇ ਹਮੇਸ਼ਾ ਐਕਸੈਸਿਬਲ ਹੋਵੇ। ਐਂਡ ਡੂ ਨਾਟ ਥਿੰਕ ਕਿ ਅਰਨ ਨਹੀਂ ਕਰ ਰਿਹਾ, ਆਈਡਲ ਮਨੀ ਪਈ ਆ। ਇਹ ਬੇਸਿਕਲੀ ਤੁਹਾਨੂੰ ਇੱਕ ਫਾਊਂਡੇਸ਼ਨ ਪ੍ਰੋਵਾਈਡ ਕਰਦੀ ਆ ਕਿ ਤੁਹਾਡੀਆਂ ਜਿਹੜੀਆਂ ਬਾਕੀ ਇਨਵੈਸਟਮੈਂਟਾਂ ਉਹ ਤੁਹਾਡੇ ਤੁਸੀਂ ਲਿਕੁਇਡੇਟ ਨਾ ਕਰੋ ਔਰ ਉਹ ਗਰੋ ਕਰਦੀਆਂ ਰਹਿਣ। ਐਂਡ ਜਸਟ ਇਨ ਕੇਸ ਇਫ ਐਮਰਜੈਂਸੀ ਆਉਂਦੀ ਆ, ਇਹ ਤੁਹਾਨੂੰ ਹੈਲਪ ਕਰੇ, ਪ੍ਰੋਵਾਈਡ ਕਰੇ, ਬਲਕਿ ਇਨਫੈਕਟ ਐਕਟ ਕਰੇ ਇਨ ਕੇਸ ਆਫ ਐਕਸੀਡੈਂਟ, ਜਿੱਦਾਂ ਕਿ ਏਅਰ ਬੈਗ ਕਰਦਾ ਆ, ਤੁਹਾਨੂੰ ਪ੍ਰੋਟੈਕਟ ਕਰਦਾ ਆ। ਸੋ ਇਹਦੇ 'ਤੇ ਅੱਜ ਵਾਸਤੇ ਅਸੀਂ ਇੰਨਾ ਹੀ, ਤੇ ਅਸੀਂ ਨੈਕਸਟ ਟੌਪਿਕ ਜਿਹੜਾ ਹੈ ਇਹਦੇ 'ਤੇ ਬਿਲਡ ਕਰਦੇ ਹੋਏ ਆਵਾਂਗੇ। ਤੇ ਅੰਟਿਲ ਦੈਨ ਥੈਂਕ ਯੂ ਸੋ ਮਚ ਫॉर ਵਾਚਿੰਗ ਅਸ। ਜੀ ਭਾਜੀ। ਜੀ, ਥੈਂਕ ਯੂ, ਐਂਡ ਆਰ ਕਮਿਊਨਿਟੀ ਡਿਜ਼ਰਵਸ ਬੈਟਰ।